हे प्राणनाथ गोविंदे कृपा निधान जगत गुरु। हे संसार ताप हरण करुणा में सब दुख हरो। हे शरण जोग दयालय दीनानाथ मया करो। शरीर स्वस्थ कीन समय सिमरंत नानक राम दामोदर माधव। मैं मूरख की केतक बात है कोट परादी तरियारे। गुरु नानक जिन सुनिया देखिया से फिर अरदास ना परिहारे। गुरु नानक जिन सुनिया देखिया से फिर अरदास ना परिहारे। जुग जुग अटल चौन शतर तखत दे मालिक ज़हरा ज़बर हाज़रा हुज़ूर। धन धन साहिब श्री गुरु ग्रंथ साहिब जी महाराज ਅਤੇ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੁਭਾਇਮਾਨ ਹੋਏ ਬੈਠੇ ਸਤ ਸੰਗੀ ਜਨੋ। ਆਪ ਜੀ ਜਿੰਨੇ ਵੀ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਜਦਾ ਕਰਨ ਵਾਸਤੇ ਪਹੁੰਚੇ ਹੋ, ਸਾਰੇ ਵੀ ਜੀ ਬਹੁਤ ਹੀ ਵੱਡੇ ਭਾਗਾਂ ਤੇ ਕਰਮਾਂ ਵਾਲੇ ਜੀ ਹੋ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਾਨੂੰ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਇਹ ਸੁਭਾਗ ਸਮਾਂ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਆਓ ਗੁਰਮੁਖੋ, ਹੁਣੇ ਜਿੱਥੇ ਆਪ ਜੀ ਨੇ ਹਜ਼ੂਰੀ ਰਾਗੀ ਜਥੇ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਗੁਰਮੁਖ ਵਿਚਾਰ ਦੇ ਨਾਲ ਜੁੜਨਾ ਕਰੀਏ। ਆਪ ਜੀ ਕੋ ਅਸੀਸ਼ ਦਸ਼ਵੇਂ ਸਿੱਖਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੇ ਮੁਕੱਦਸ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਭਾਈ ਸਾਹਿਬ ਪੰਚਮ ਗੁਰਦੇਵ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਪੜ੍ਹ ਰਹੇ ਸੀ। ਆਪ ਜੀ ਨੇ ਸਰਵਣ ਕੀਤਾ ਹੈ, ਦੁਰਲਭ ਦੇ ਪਾਈ ਵਡਭਾਗੀ। ਇਸ ਸ਼ਬਦ ਦੇ ਅੰਦਰ ਜਿਹੜਾ ਦੁਰਲਭ ਸ਼ਬਦ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਰਤਿਆ ਹੈ, ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਹ ਸੁਚੇਤ ਕਰ ਰਹੇ ਹਨ, ਸਮਝਾ ਰਹੇ ਹਨ। ਦੁਰਲਭ ਸ਼ਬਦ ਜਿਹੜਾ ਹੈ ਉਸ ਲਈ ਵਰਤਿਆ ਜਾਂਦਾ ਹੈ ਜਿਹੜੀ ਬਹੁਤ ਮਿਹਨਤ ਕਰਕੇ ਤੇ ਬਹੁਤ ਚਿਰਾਂ ਬਾਅਦ ਮਨੁੱਖ ਨੂੰ ਪ੍ਰਾਪਤ ਹੋਵੇ, ਜਿਹਦੇ ਲਈ ਬਹੁਤ ਮਸ਼ੱਕਤ ਕਰਨੀ ਪਵੇ, ਉਹਦੇ ਲਈ ਦੁਰਲਭ ਸ਼ਬਦ ਵਰਤਿਆ ਜਾਂਦਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਨ ਕਿ ਇਹ ਗੁਰਸਿੱਖਾ
ਇਹ ਜਿਹੜੀ ਦੇਹ ਹੈ ਨਾ, ਇਹ ਦੁਰਲਭ ਹੈ। ਇਹ ਦੇਹ ਜਿਹੜੀ ਹੈ ਨਾ, ਤੈਨੂੰ ਪ੍ਰਾਪਤ ਹੋ ਗਿਆ ਜਿਸ ਨੂੰ ਤੂੰ ਬੇਅਦਬੀ ਗਵਾ ਰਿਹਾ ਹੈ, ਇਹ ਤੈਨੂੰ ਸੁਖੀ ਨਹੀਂ ਪ੍ਰਾਪਤ ਹੋਗੀ, ਇਹ ਤੈਨੂੰ ਐਵੇਂ ਨਹੀਂ ਪ੍ਰਾਪਤ ਹੋਗੀ। ਤੇ ਮਹਾਰਾਜ ਜੀ ਕਹਿੰਦੇ ਆ ਮੈਂ ਤੈਨੂੰ ਦੱਸਾਂ ਕਿਉਂ ਪ੍ਰਾਪਤ ਹੋਈ ਦੁਰਲਭ ਦੇਹ ਭਾਈ ਵਡਭਾਗੀ। ਤੇ ਮਹਾਰਾਜ ਜੀ ਨੇ ਇੱਕ ਬੜਾ ਪਵਿੱਤਰ ਸ਼ਬਦ ਹੈ ਜਿਹਦੇ ਵਿੱਚ ਦੇਹ ਦਾ ਜ਼ਿਕਰ ਕੀਤਾ ਹੈ। ਮਹਾਰਾਜ ਜੀ ਪ੍ਰਮਾਣ ਕਰੇ ਭਈ ਪ੍ਰਾਪਤ, ਇਹਦੇ ਵਿੱਚ ਵੀ ਮਹਾਰਾਜ ਜੀ ਨੇ ਸਾਨੂੰ ਇਸ ਦੇਹ ਦਾ ਜ਼ਿਕਰ ਕਰਕੇ ਸਮਝਾਇਆ ਵੀ ਸਾਨੂੰ ਇਹ ਦੇਹ ਕਿਉਂ ਪ੍ਰਾਪਤ ਹੋਈ ਹੈ ਤੇ ਇਸ ਦੇਹ ਨਾਲ ਅਸੀਂ ਕਿਹੜੇ ਕਰਮ ਕਰਨੇ ਹਨ। ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹ ਹੋਇਆ, ਦੇਹ ਸਰੀਰ ਦੁਰਲਭ ਦੇਹ, ਕੋਈ ਸ਼ਬਦ ਵਰਤਿਆ ਮਹਾਰਾਜ ਕਿ ਜਿਹੜੀ ਮਨੁੱਖ ਦੇਹ ਤੈਨੂੰ ਪ੍ਰਾਪਤ ਹੋਈ ਹੈ ਕਾਦੇ ਵਾਸਤੇ? ਗੋਬਿੰਦ, ਗੋ ਧਰਤੀ, ਬਿੰਦ ਧਰਤੀ ਨੂੰ ਪਾਲਣ ਵਾਲਾ, ਧਰਤੀ ਨੂੰ ਪੈਦਾ ਕਰਨ ਵਾਲਾ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੜਾ ਪਵਿੱਤਰ ਸ਼ਬਦ ਹੈ ਖਾਕ ਨੂਰ ਕਰਤਨ, ਖਾਕ ਮਿੱਟੀ, ਨੂਰ ਕਹਿੰਦੇ ਨੇ ਚੇਤਨ, ਚੇਤਨ ਜੋਤ ਨੂੰ। ਹੁਣ ਮਾਰੇ ਕਿ ਖਾਕ ਨੂਰ ਕਰਤਨ ਆਲਮ ਦੁਨੀਆਏ, ਕਿ ਮੈਂ ਤੈਨੂੰ ਸਮਝਾਵਾਂ ਕਿ ਜਿਹੜੀ ਮਨੁੱਖ ਦੇਹ ਤੈਨੂੰ ਪ੍ਰਾਪਤ ਹੋਈ ਹੈ ਨਾ, ਬੜੀ ਦੁਰਲਭ ਚੀਜ਼ ਹੈ। ਤੇ ਪ੍ਰਾਪਤ ਕਿਵੇਂ ਹੋਈ? ਖਾਕ ਨੂਰ ਕਰਤਨ ਆਲਮ ਦੁਨੀਆਏ, ਅਸਮਾਨ ਜਿਵੇਂ ਦਰਖਤ ਆਪ ਪੈਦਾਇਸ਼ ਖੁਦਾਏ। ਤੇ ਮਰ ਕੇ ਬੰਦੇ ਜਸਮ ਦੀਦਨ, ਦੀਦਨ ਦਾ ਅਰਥ ਹੈ ਦੀਦੇ ਤੋਂ ਵੇਖਣਾ, ਕਿ हे ਭਾਈ ਜੋ ਵੀ ਤੂੰ ਆਪਣੀ ਅੱਖਾਂ ਦੇ ਨਾਲ ਵੇਖ ਰਿਹਾ ਹੈ ਇਹ ਸਾਰੀ ਚੀਜ਼ ਵਿਨਾਸ਼ ਹੈ, ਇੱਕ ਦਿਨ ਖਤਮ ਹੋ ਜਾਵੇਗਾ, ਕਿਸੇ ਨੇ ਸਦਾ ਚਿਰ ਨਹੀਂ ਰਹਿਣਾ। ਇਸ ਕਰਕੇ ਮਹਾਰਾਜ ਜੀ ਸਮਝਾ ਰਹੇ ਨੇ ਕਿ ਦੇਹ ਤੈਨੂੰ ਬੜੀ ਚਿਰਾਂ ਬਾਅਦ ਪ੍ਰਾਪਤ ਹੋਈ ਹੈ, ਕਿਧਰੇ ਮਨੁੱਖ ਨੂੰ ਸਮਝ ਪੈ ਜਾਵੇ ਕਿ ਤੂੰ ਵੀ ਇੱਕ ਦਿਨ ਸੰਸਾਰ ਤੋਂ ਕੂਚ ਕਰਨਾ ਹੈ ਤੇ ਕਾਦੇ ਵਾਸਤੇ ਆਇਆ, ਉਸ ਕੰਮ ਨੂੰ ਕਰਕੇ ਜਾ ਸਕਦਾ। ਤੇ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇਹ ਹੋਈਆ, ਗੋਬਿੰਦ ਮਿਲਣ ਦੀ, ਪਰਮਾਤਮਾ ਨੂੰ ਮਿਲਣ ਦਾ ਇਹ ਤੈਨੂੰ ਸਮਾਂ ਮਿਲਿਆ। ਗੋਬਿੰਦ ਮਿਲਣ ਦੀ ਇਹ ਤੇਰੀ ਦਰਿਆ। ਹੁਣ ਤੇ ਇੱਕ ਸਵਾਲ ਬੜਾ ਪਿਆਰਾ ਖੜਾ ਹੋ ਜਾਂਦਾ ਹੈ ਗੁਰਮੁਖ ਕੋਲ, ਤੇ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਚ ਇਹ ਕਹਿੰਦੇ ਕਿ ਜਿਹੜਾ ਇਹ ਸਮਾਂ ਮਿਲਿਆ ਕੇਵਲ ਪਰਮਾਤਮਾ ਨੂੰ ਮਿਲਣ ਦਾ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ, ਪਰ ਜਿਹੜਾ ਆਪਾਂ ਦੁਨੀਆ ਦੇ ਅੰਦਰ ਹੋਰ ਜਿਹੜੇ ਕਰਮ ਕਰ ਰਹੇ ਹਾਂ ਕਿ ਇਹਨਾਂ ਦਾ ਕੋਈ ਬੈਨੀਫਿਟ ਹੈ, ਇਹਨਾਂ ਦਾ ਕੋਈ ਸਾਨੂੰ ਲਾਹਾ ਮਿਲੇਗਾ? ਤੇ ਮਹਾਰਾਜ ਜੀ ਕਹਿੰਦੇ ਅਵਰ ਕਾਜ, ਕਾਜ ਕਹਿੰਦੇ ਨੇ ਕੰਮ ਨੂੰ, ਵੀ ਜਿਸ ਕੰਮ ਦੇ ਅੰਦਰ ਪਰਮਾਤਮਾ ਨੇ, ਜਿਸ ਕੰਮ ਦੇ ਅੰਦਰ ਧਰਮ ਨੇ, ਕੋਈ ਵੀ ਕਾਰਜ ਹੋਵੇ ਜਿਸ ਦੇ ਅੰਦਰ ਸਾਡਾ ਇਹ ਕਰਮ ਜਿਹੜੇ ਨੇ ਗੁਰਮੁਖ ਜੋ ਵੀ ਅਸੀਂ ਕਾਰ ਵਿਵਹਾਰ ਕਰਦੇ ਹਾਂ, ਇਹ ਵੀ ਇੱਕ ਧਰਮ ਹੈ। ਅਗਰ ਆਪਾਂ ਸੁਝ ਕੇ ਢੰਗ ਦੇ ਨਾਲ ਕੋਈ ਵੀ ਕਿਰਤ ਕਰ ਰਹੇ ਤੇ ਮੰਨ ਕੇ ਅਵਰ ਕਾਜ, ਵੀ ਜਿਸ ਕਾਰਜ ਦੇ ਅੰਦਰ ਧਰਮ ਨਹੀਂ, ਜਿਸ ਕਾਰਜ ਦੇ ਅੰਦਰ ਸੱਚਾਈ ਨਹੀਂ, ਜਿਸ ਕਾਰਜ ਦੇ ਅੰਦਰ ਦਇਆ ਨਹੀਂ, ਸਮਝ ਲੈ ਉਹ ਕੰਮ ਤੇਰਾ ਕੀਤਾ ਹੋਇਆ ਕਿਸੇ ਵੀ ਕੰਮ ਦਾ ਨਹੀਂ। ਇਹਦੇ ਅੰਦਰ ਦਇਆ ਕਰਮ ਹੋਣੀ ਜ਼ਰੂਰੀ ਹੈ। ਤਾਈਓ ਮਹਾਰਾਜ ਜੀ ਨੇ ਸਾਨੂੰ ਬੜੇ ਸ਼ਬਦਾਂ ਦੇ ਵਿੱਚ ਸਮਝਾ ਦਿੱਤਾ ਕਿ ਕਿਰਤ ਕਰਨੀ, ਗੁਰੂ ਨਾਨਕ ਦੇਵ ਜੀ ਕਿਰਤ ਕਰਨੀ, ਉਹ ਕਿਰਤ ਤੂੰ ਕਰਨੀ ਜਿਸ ਕਿਰਤ ਵਿੱਚ ਤੇਰੇ ਕੀਤੇ ਕਰਮਾਂ ਵਿੱਚ ਧਰਮ ਨਜ਼ਰ ਆਵੇ। ਹੁਣ ਅਸੀਂ ਸਾਰੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਸਾਰੇ ਕੰਮ ਕਾਰਜ ਕਰਦੇ, ਪਰ ਮਹਾਰਾਜ ਜੀ ਨੇ ਕਿਹਾ ਵੀ ਜਿਹੜਾ ਵੀ ਤੂੰ ਕੰਮ ਕਾਜ ਕਰ, ਇਹ ਨਹੀਂ ਕਿਹਾ ਵੀ ਮਹਾਰਾਜ ਵੀ ਤੂੰ ਕੋਈ ਕੰਮ ਨਹੀਂ ਕਰਨਾ, ਵੀ ਤੇਰੇ ਵੱਡੇ ਕਾਰਜ ਨਹੀਂ ਹੋਣੇ ਚਾਹੀਦੇ। ਕਹਿੰਦੇ ਕਰ, ਵੱਡੇ ਤੋਂ ਵੱਡਾ ਕੰਮ ਕਰ, ਸੋਹਣਾ ਕੰਮ ਕਰ, ਉਹਨਾਂ ਕੰਮਾਂ ਦੇ ਅੰਦਰ ਕਿਸੇ ਦਾ ਹੱਕ ਨਾ ਤੂੰ ਮਾਰ, ਉਸ ਕੰਮ ਦੇ ਅੰਦਰ ਕਦੇ ਕਿਸੇ ਦਾ ਤੂੰ ਦਿਲ ਨਾ ਦੁਖਾਵੇ। ਅਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਤ ਕੀਤੀ, ਤੁਸੀਂ ਇੱਕ ਗੱਲ ਗੁਰਮੁਖੋ ਧਿਆਨ ਨਾਲ ਸਮਝਣਾ, ਇੱਥੇ ਚੰਡੀਗੜ੍ਹ ਦੇ ਅੰਦਰ 13 ਸੈਕਟਰ ਨੇ, 10 ਤੋਂ ਬਿਲੋਂਗ ਕਰਦਾ, ਪਰ ਚੰਡੀਗੜ੍ਹ ਦੇ ਅੰਦਰ 13 ਸੈਕਟਰ ਦਾ ਨਾਂ ਦੀ ਕੋਈ ਥਾਂ ਨਹੀਂ ਹੈ। ਅਸਲ ਦੇ ਅੰਦਰ ਜਦੋਂ ਇਸ ਨੂੰ ਆਪਾਂ ਗਹਿਰਾਈ ਵਿੱਚ ਸਮਝਾਂਗੇ, ਕੋਈ ਚੰਡੀਗੜ੍ਹ ਜਿਹੜਾ ਸ਼ਹਿਰ ਹੈ ਨਾ, ਇਹ ਈਸਾਈ ਲੋਕਾਂ ਨੇ ਵਸਾਇਆ, ਜਿਹੜੇ ਈਸਾਈ ਲੋਕ ਨੇ ਉਹਨਾਂ ਨੇ ਵਸਾਇਆ, ਤੇ ਉਹ 13 ਸ਼ਬਦ ਨੂੰ ਨਾ ਬੜਾ ਮਾੜਾ ਸਮਝਦੇ ਨੇ। ਕਾਰਨ ਕੀ ਵੀ ਜਦੋਂ ਉਹਨਾਂ ਦੇ ਜਿਹੜੇ ਵਾਲੀ ਸਨ ਸਾਈਂ ਸਾਹਿਬ ਨੂੰ ਸੂਲੀ ਤੇ ਚੜਾਇਆ ਗਿਆ, ਕਹਿੰਦੇ ਉਹਨਾਂ ਦੇ ਨਾਲ ਉਸ ਵੇਲੇ 13 ਉਹਨਾਂ ਦੇ ਸਰਦਾਰੂ ਸਨ ਜਿਹੜੇ ਸੇਵਾਦਾਰ ਸਨ। ਕਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਅਸੀਂ ਸਾਈਂ ਸਾਹਿਬ ਨੂੰ ਵੀ ਇਹਨਾਂ ਦੀ ਜਾਨ ਬਖਸ਼ ਦਵਾਂਗੇ ਜੇ ਤੁਸੀਂ ਇਹਨਾਂ ਦੇ ਬਦਲੇ ਸੂਲੀ ਤੇ ਟੰਗੇ ਹੋ।
ਤੇ ਜਿਹੜੇ 13 ਸਨ 13 ਦੇ 13 ਨੇ ਆਪਣੇ ਗੁਰੂ ਸਾਈਂ ਦਾ ਸਾਥ ਛੱਡ ਦਿੱਤਾ। ਉਹਨਾਂ ਨੇ ਕਿਹਾ ਵੀ ਭਾਵੇਂ ਤੁਸੀਂ ਇਹਨਾਂ ਨੂੰ ਸੂਲੀ ਤੇ ਟੰਗ ਦਿਓ ਪਰ ਅਸੀਂ ਇਹਨਾਂ ਦੇ ਬਦਲੇ ਸੀ ਜਾਨ ਨਹੀਂ ਗਵਾਣੀ। ਇੱਕ ਪਾਸੇ 13 ਆਪਣੇ ਵਾਲੀ ਦਾ ਸਾਥ ਛੱਡ ਕੇ ਲੜਦੇ ਨੇ। ਤੁਸੀਂ ਦਿੱਲੀ ਦੀ ਧਰਤੀ ਤੇ ਵੇਖੋ ਗੁਰਮੁਖੋ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਉਹਨਾਂ ਦੇ ਸਾਹਮਣੇ ਵੀ ਇੱਕ ਆਪਸ਼ਨ ਆਉਂਦੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤੁਸੀਂ ਸਿੱਖੋ ਸਲਾਮ ਧਰਮ ਕਬੂਲ ਕਰ ਲਵੋ ਤੁਹਾਡੀ ਜਾਨ ਬਖਸ਼ ਦਵਾਂਗੇ। ਉਸ ਵੇਲੇ ਉਹਨਾਂ ਨੇ ਸ਼ਬਦ ਕਹੇ ਸਨ, ਕਹਿੰਦੇ ਇੱਕ ਗੱਲ ਧਿਆਨ ਵਿੱਚ ਰੱਖਣਾ, ਕਹਿੰਦੇ ਇਹ ਜਿਹੜੀ ਦੇਹ ਸਾਨੂੰ ਪ੍ਰਾਪਤ ਹੋਈ ਹੈ ਬਾਰ-ਬਾਰ ਮਿਲ ਸਕਦੀ ਹੈ ਪਰ ਜਿਹੜੀ ਸਿੱਖੀ ਹੈ ਨਾ ਇਹ ਕਰਮਾਂ ਕਰਕੇ ਮਿਲਦੀ ਹੈ, ਇੱਕ ਵਾਰੀ ਪ੍ਰਾਪਤ ਹੁੰਦੀ ਹੈ ਤੇ ਇਹ ਸਿੱਖੀ ਅਸੀਂ ਸੁਵਾਸਾਂ ਨਾਲ ਨਿਭਾਉਣੀ ਹੈ। ਹੁਣ ਇੱਥੇ ਮਹਾਰਾਜ ਜੀ ਸਾਨੂੰ ਬਾਰ-ਬਾਰ ਇਹੀ ਗੱਲ ਸਮਝਾ ਰਹੇ ਨੇ, ਇਹ ਦੇਹ ਸਾਨੂੰ ਮਿਲੀ ਹੈ ਕੰਮ ਕਾਰਜ ਤੇ ਪ੍ਰਮਾਤਮਾ ਦੀ ਭਗਤੀ ਧਰਮ ਕਮਾਉਣ ਵਾਸਤੇ। ਪਰ ਇੱਥੇ ਮਹਾਰਾਜ ਨੇ ਸ਼ਬਦ ਵਰਤ ਦਿੱਤੇ, ਅਵਰ ਕਾਜ ਤੇਰੇ ਕੀਤੇ ਨਾਮ ਵੀ ਜਿਸ ਕਾਰਜ ਦੇ ਅੰਦਰ ਤੇਰੇ ਧਰਮ ਨਹੀਂ। ਹੁਣ ਇੱਥੇ ਇਹ ਸ਼ਬਦ ਕਿਉਂ ਵਰਤਿਆ ਵੀ ਬੜਾ ਸਮਝਣ ਵਾਲਾ ਵਿਸ਼ਾ ਹੈ। ਵੀ ਮਹਾਰਾਜ ਨੇ ਕਹਿੰਦੇ ਅਵਰ ਕਾਜ ਤੇਰੇ ਕੀਤੇ ਤੇ ਜੋ ਵੀ ਤੂੰ ਕੰਮ ਕਰ ਰਿਹਾ ਸੀ ਬੱਚੇ ਦੀ ਪਰਵਰਿਸ਼ ਕਰ ਰਹੀ ਹੈ, ਸੁਚਰ ਕੇ ਢੰਗ ਨਾਲ ਬੱਚੇ ਪਾਲ ਰਹੀ ਹੈ। ਅਸੀਂ ਆਪਣਾ ਧੰਦਾ ਕੋਈ ਵੀ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਕਿਸੇ ਦਾ ਹੱਕ ਨਹੀਂ ਮਾਰੇ ਕਿ ਕੋਈ ਕਿਸੇ ਕੰਮ ਦਾ ਨਹੀਂ ਮਾਰੇ ਕਰੇ ਨਹੀਂ। ਇੱਕ ਸ਼ਬਦ ਬੜਾ ਪਿਆਰਾ ਹੈ ਗੁਰੂ ਨਾਨਕ ਦੇਵ ਜੀ ਦਾ, ਜਿਸ ਸ਼ਬਦ ਨੂੰ ਸੁਣ ਕੇ ਬਾਬਾ ਲਹਿਰਾ ਜੀ ਗੁਰੂ ਅੰਗਦ ਦੇਵ ਜੀ ਬਣੇ ਸਨ, ਜਿਸ ਸ਼ਬਦ ਨੂੰ ਸੁਣ ਕੇ ਗੁਰੂ ਅਮਰਦਾਸ ਪਾਤਸ਼ਾਹ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਜੀ ਬਣੇ ਸਨ, ਉਹ ਸ਼ਬਦ ਸੀ ਕਰਨੀ ਕਾਗਦ ਮਨ ਵਸਾਣੀ। ਹੁਣ ਸ਼ਬਦ ਆਪਾਂ ਸੁਣ ਜ਼ਰੂਰ ਲੈਂਦੇ ਹਾਂ ਪਰ ਸਾਰਿਆਂ ਨੂੰ ਸ਼ਬਦਾਂ ਦੀ ਸਮਝ ਨਹੀਂ, ਇਸ ਗੱਲ ਨੂੰ ਮੰਨਣਾ ਪਵੇਗਾ। ਗੁਰਮੁਖੋ ਹੁਣ ਇਹਦੇ ਵਿੱਚ 3 ਸ਼ਬਦ ਵਰਤੇ ਨੇ ਗੁਰੂ ਨਾਨਕ ਦੇਵ ਜੀ ਨੇ। ਕਰਨੀ, ਇੱਥੇ ਕਰਨੀ ਦਾ ਅਰਥ ਹੈ ਜੀ ਕਰਮ, ਜੋ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ। ਅਵਰ ਕਾਜ ਕਿਉਂ ਵਰਤਿਆ ਮਹਾਰਾਜ ਨੇ ਵੀ ਅਵਰ ਕਾਜ, ਜਿਸ ਕਾਰਜ ਦੇ ਅੰਦਰ ਧਰਮ ਨਹੀਂ, ਜਿਸ ਕਾਰਜ ਦੇ ਅੰਦਰ ਦਇਆ ਨਹੀਂ, ਉਹ ਪਰਮਾਤਮਾ ਦੀ ਦਰਗਾਹ 'ਚ ਕੋਈ ਮਾਇਨਾ ਨਹੀਂ ਰੱਖਦਾ। ਕਿਉਂ ਨਹੀਂ ਰੱਖਦਾ? ਇਸ ਗੱਲ ਨੂੰ ਸਪਸ਼ਟ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਕਰ ਦਿੱਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਧਿਆਨ ਰੱਖੋ, ਕਰਨੀ ਕਾਗਦ ਤੇਰੇ ਜਿਹੜੇ ਕਰਮ ਨੇ ਨਾ ਕਿ ਨਾ ਕਰਮਾਂ ਤੇ ਕਰਕੇ ਹੀ ਗੁਰੂ ਦੇ ਨਜ਼ਦੀਕ ਜਾਏਗਾ। ਮਹਾਰਾਜ ਦੇ ਕਬੜਾ ਪਵਿੱਤਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਾਡੇ ਕਰਮ ਅਗਰ ਚੰਗੇ ਨੇ, ਕਰਮਾਂ ਦੇ ਅੰਦਰ ਧਰਮ ਹੈ ਤੇ ਆਟੋਮੈਟਿਕ ਮਨੁੱਖ ਸਰੀਰ ਕਰਕੇ ਭਾਵੇਂ ਦੂਰ ਬੈਠਾ ਹੋਵੇ ਪਰ ਉਹ ਮਨ ਕਰਕੇ ਸ਼ਬਦ ਗੁਰੂ ਨਾਲ ਜੁੜਿਆ ਹੋਵੇ। ਅਕਸਰ ਤੁਸੀਂ ਵੇਖਿਆ ਹੋਗਾ ਬੜੇ ਇਹੋ ਜਿਹੇ ਗੁਰਮੁਖ ਪਿਆਰੇ ਨੇ, ਤੁਸੀਂ ਛੱਤੀਸਗੜ੍ਹ ਵੱਲ ਚਲੇ ਜਾਓ, ਦਾਸ ਕਿੰਨੀ ਵਾਰੀ ਕਥਾ ਕਰਨ ਵਾਸਤੇ ਗਿਆ, ਉੱਥੇ ਬਹੁਤ ਘੱਟ ਗੁਰੂ ਘਰ ਦੇਖੇ, ਬੜੀ ਦੂਰ ਦੂਰ ਸਿੱਖਾਂ ਦੇ ਘਰ ਹਨ ਤੇ ਘਰਾਂ ਦੇ ਵਿੱਚ ਪ੍ਰਸ਼ਾਦ ਛਕਣ ਵਾਸਤੇ ਜਦੋਂ ਪਤਾ ਲੱਗਦਾ ਕਿ ਬੁਲਾਉਂਦੇ ਨੇ ਪ੍ਰਚਾਰ ਕਰਨ ਤੇ ਉੱਥੇ ਉਹਨਾਂ ਨੂੰ ਅਸੀਂ ਪੁੱਛਦੇ ਵੀ ਹਾਂ ਵੀ ਤੁਸੀਂ ਕੀ ਰੋਜ਼ ਗੁਰੂ ਘਰ ਵਿੱਚ ਜਾਂਦੇ ਹੋ? ਕਹਿੰਦੇ ਨਹੀਂ ਜੀ ਸਾਨੂੰ ਮਹੀਨਾ ਹੋ ਜਾਂਦਾ। ਤੇ ਫਿਰ ਉਹਨਾਂ ਦਾ ਬੜਾ ਪਵਿੱਤਰ ਇੱਕ ਸ਼ਬਦ ਉਹ ਕਹਿੰਦੇ ਨੇ, ਕਹਿੰਦੇ ਸਰੀਰ ਕਰਕੇ ਭਾਵੇਂ ਅਸੀਂ ਦੂਰ ਹਾਂ ਪਰ ਸਾਡੇ ਕਰਮਾਂ ਦੇ ਅੰਦਰ, ਸਾਡੇ ਧੰਦਿਆਂ ਦੇ ਅੰਦਰ ਕਹਿੰਦੇ ਗੁਰੂ ਦਾ ਸ਼ਬਦ ਵਰਤਦੇ, ਧੰਦੇ ਦੇ ਅੰਦਰ ਧਰਮ ਨਜ਼ਰ ਆਉਂਦਾ ਹੈ। ਇਸੇ ਕਰਕੇ ਮਾਰੇ ਕਹਿੰਦੇ ਧਿਆਨ ਰੱਖਣਾ, ਅਵਰ ਕਾਜ ਤੇਰੇ ਕੀਤੇ ਨਾ ਪਾਣ। ਇਸ ਗੱਲ ਦੀ ਸਮਝ ਸਾਨੂੰ ਪੈ ਰਹੀ ਹੈ। ਕਿਉਂ ਕਿਹਾ ਮਹਾਰਾਜ ਨੇ? ਕਿਉਂਕਿ ਗੁਰੂ ਨਾਨਕ ਦੇਵ ਜੀ ਪਹਿਲਾਂ ਇਹ ਗੱਲ ਸਮਝਾ ਰਹੇ ਨੇ, ਕਰਨੀ ਕਾਗਜ਼ ਜੋ ਤੇਰੇ ਕਰਮ ਨੇ ਇਹ ਕਾਗਜ਼ ਬਣਦੇ, ਇਹਨਾਂ ਦੇ ਉੱਤੇ ਹੀ ਸਭ ਕੁਝ ਲਿਖਿਆ ਗਿਆ। ਕਰਾਂਗੇ ਅੱਜ ਹੀ ਕਰਨੀ ਇੱਕ ਬੜੀ ਪਿਆਰੀ ਗੱਲ ਗੁਰੂ ਨਾਨਕ ਦੇਵ ਜੀ ਦੀ। ਕਿਸ ਤਰ੍ਹਾਂ ਸ਼ਬਦ ਜੁੜੇਗਾ? ਮਾਰੇ ਕਹਿੰਦੇ ਕਰਨੀ ਕਾਗਜ਼ ਮਨ ਕਿਉਂਕਿ ਮਨ ਵਿੱਚ ਹੀ ਖਿਆਲ ਬਣਦੇ ਨੇ। ਇੱਕ ਸ਼ਬਦ ਨੇ ਇੱਥੇ ਅੱਜ ਕਰਾ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ ਦਾ ਮਾਫ ਕਰਨਾ, ਇਹ ਮਨ ਮਿੱਤਰ ਪਿਆਰਿਆ। ਕੀ ਕਹਿੰਦੇ? ਇਹ ਮੇਰੇ ਮਿੱਤਰ ਮਨ ਮੇਰੀ ਗੱਲ ਸੁਣ। ਹੁਣ ਦੇਖੋ ਕਿੱਥੇ ਮਹਾਰਾਜ ਜੀ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ। ਬਸ ਇਹੀ ਕਰਮ ਅਸੀਂ ਸੰਗਤ ਵਿੱਚ ਰਹਿ ਕੇ ਕਰਨਾ। ਅਸੀਂ ਆਪਣੀ ਜ਼ਿੰਦਗੀ ਵਿੱਚ ਕਰਦੇ ਕਿ ਅਸੀਂ ਦੂਜੇ ਵੱਲ ਉਂਗਲੀ ਚੁੱਕਦੇ। ਹੁਣ ਤੁਸੀਂ ਇਹ ਨੀਚ ਕਰਮ ਹਰ ਮੇਰੇ, ਜਿਸ ਦਿਨ ਸ਼ਬਦ ਸਾਡੇ ਹਿਰਦੇ ਵਿੱਚ ਵਸ ਗਿਆ ਤੇ ਸ਼ਬਦ ਦੱਸਣ ਵਾਲਾ ਬੋਲਦਾ ਹੈ ਕਿ ਗੁਰੂ ਇਹ ਕਰਮ ਚੰਗੇ ਨੇ, ਇਹ ਮੇਰੇ ਭੈੜੇ ਕਰਮ ਨੇ, ਪਰ ਜਿਨ੍ਹਾਂ ਦੇ ਅੰਦਰ ਸ਼ਬਦ ਨਹੀਂ ਉਹ ਮੇਰਾ ਨਹੀਂ, ਉਹ ਕਹਿੰਦਾ ਫਲਾਣੇ ਬੰਦੇ ਦੇ ਕਰਮ ਚੰਗੇ ਨੇ। ਬਸ ਇੰਨਾ ਫਰਕ ਹੈ। ਗੁਰੂ ਨਾਨਕ ਦੇਵ ਜੀ ਨੇ ਨਾਨਕ ਨੀਚ ਕਹਿ ਵਿਚਾਰ, ਕਿਉਂਕਿ ਕਰਮ ਕਹਿਣ ਵਾਲਾ
ਕਰਤੇ ਵਿੱਚ ਸਮਾਇਆ ਹੋਇਆ ਹੈ ਤੇ ਜਿਹੜਾ ਕਰਤੇ ਵਿੱਚ ਸਮਾਇਆ ਹੋਇਆ ਨਹੀਂ ਹੈ ਨਾ, ਉਹ ਕਹਿੰਦੇ ਕਿ ਨੀਚ ਕਰ ਮੇਰ ਨਹੀਂ, ਨੀਚ ਕਰੋ ਫਲਾਣੇ ਦੀ। ਬਸ ਇੰਨਾ ਕੁ ਫਰਕ ਹੈ ਗੁਰਬਾਣੀ ਪੜ੍ਹਨ ਤੇ ਸੁਣਨ ਦੇ ਵਿੱਚ। ਮਾਰੇ ਕਰਕੇ ਕਰਨੀ ਕਾਗਜ਼ ਮਨ ਮਸਵਾਣੀ, ਮਨ ਕਹਿੰਦੇ ਸਾਡੇ ਖਿਆਲ। ਹੁਣ ਇੱਥੇ ਮਾਰ ਕੇ ਸੁਣ ਮਨ ਮਿੱਤਰ ਪਿਆਰਿਆ ਮਿਲਨ ਵੇਲਾ ਹੈ ਇਹ। ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਮਨ ਮੇਰੇ ਮਿੱਤਰ ਇਸ ਗੱਲ ਨੂੰ ਧਿਆਨ ਨਾਲ ਸੁਣ ਲੈ ਤੇ ਇਹ ਸਮਾਂ ਜਿਹੜਾ ਤੈਨੂੰ ਮਿਲਿਆ ਨਾ, ਇਹ ਪਰਮਾਤਮਾ ਨੂੰ ਮਿਲਣ ਦਾ ਮਿਲਿਆ। ਜਦ ਤੱਕ ਜੋਬਨ ਸਾਸ ਹੈ, ਇੱਥੇ ਇੱਕ ਗੱਲ ਸਮਝਣ ਵਾਲੀ ਤੇ ਪਕੜਨ ਵਾਲੀ। ਇੱਥੇ ਮਹਾਰਾਜ ਨੇ ਜੋਬਨ ਸ਼ਬਦ ਵਰਤਿਆ। ਜਦ ਤੱਕ ਜੋਬਨ, ਇੱਥੇ ਬੁਢੇਪਾ ਵੀ ਸ਼ਬਦ ਵਰਤ ਸਕਦੇ ਸਨ, ਕਿਉਂਕਿ ਦੇਹ ਤਾਂ ਬੁਢਾਪੇ ਤੱਕ ਚੱਲਦੀ ਹੈ ਜੀ। ਤੇ ਜੋਬਨ ਸ਼ਬਦ ਕਿਉਂ ਵਰਤਿਆ ਗੁਰੂ ਨਾਨਕ ਦੇਵ ਜੀ ਨੇ? ਇਸ ਕਰਕੇ ਵਰਤਿਆ ਵੀ ਜੋ ਭਗਤੀ ਤੁਸੀਂ ਜਵਾਨੀ ਵਿੱਚ ਕਰ ਸਕਦੇ ਹੋ ਉਹ ਬੁਢੇਪੇ ਵਿੱਚ ਨਹੀਂ ਹੁੰਦੀ, ਕਿਉਂਕਿ ਨੈਣੋ ਨੀਰ ਵਹਿ ਤਨ ਖੀਨਾ ਦਾ ਤੇ ਬੁਢੇਪਾ ਜਾਂਦਾ ਹੈ। ਬੰਦਾ ਇੱਕ ਗਲਾਸ ਪਾਣੀ ਦਾ ਵੀ ਲੈ ਕੇ ਨਹੀਂ ਪੀ ਸਕਦਾ। ਮਾਰ ਕੇ ਨੈਣੋ ਨੀਰ ਵਹਿ ਤਨ ਖੀਨਾ ਭਜੇ ਕੇਸ ਜੁਗਵਾਨੀ ਰੁੱਦਾ ਕੰਠ ਸ਼ਬਦ ਨਹੀਂ ਉਚਰੇ। ਸ਼ਬਦ ਜਿਹੜੀ ਹੈ ਨਾ, ਇਹ ਸਾਡੀ ਜ਼ਬਾਨ ਇਹ ਸੁਧ ਸ਼ਬਦ ਉਸ ਵੇਲੇ ਨਹੀਂ ਉਚਾਰਨ ਕਰ ਸਕਦੀ। ਤੁਸੀਂ ਅਕਸਰ ਵੇਖਿਆ ਹੋਗਾ ਜਦੋਂ ਦਰਦ ਹੋ ਜਾਂਦਾ ਨਾ ਕਿਸੇ ਦਾ ਸਰੀਰ, ਉਹਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ, ਅੱਖਾਂ ਵਿੱਚ ਪਾਣੀ ਆਟੋਮੈਟਿਕ ਵਗਣਾ ਸ਼ੁਰੂ ਹੋ ਜਾਂਦਾ। ਜਵਾਨ ਉਹਨਾਂ ਦਾ ਸਾਥ ਨਹੀਂ ਦਿੰਦੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਾਰ ਕੇ ਅਵਰ ਕਾਜ ਤੇਰੇ ਕੀਤੇ ਨਾ ਕੰਮ, ਜਿਸ ਕੰਮ ਦੇ ਅੰਦਰ ਜਿਸ ਧੰਦੇ ਦੇ ਅੰਦਰ ਧਰਮ ਨਹੀਂ ਨਾ ਸਿੱਖਾ, ਉਹਨਾਂ ਦੀ ਕੋਈ ਵੀ ਵੈਲਿਊ ਪਰਮਾਤਮਾ ਦੇ ਦਰਬਾਰ ਵਿੱਚ ਨਹੀਂ। ਕਰਨੀ ਕਾਗਲ ਮਨ ਸਮਾਣੀ ਬੁਰਾ ਭਲਾ ਚੰਗੇ ਔਰ ਮੰਦੇ, ਇਹ ਸਾਡੇ ਆਪਣੇ ਕਰਮ ਨੇ ਜੀ। ਮਾਰ ਕਰੇ ਬੁਰਾ ਭਲਾ ਕੋਈ ਵੇਖ ਪਾਏ, ਧਿਆਨ ਰੱਖਣਾ ਤੇਰੇ ਕਰਮ ਕਾਗਜ਼ ਬਣਨੇ ਨੇ, ਤੇਰੇ ਮਨ ਵਿੱਚ ਨਿਕਲੇ ਹੋਏ ਖਿਆਲ ਸਿਆਹੀ ਬਣਨੇ ਨੇ। ਜੋ ਵੀ ਤੇਰੇ ਮਨ ਵਿੱਚ ਨਿਕਲੇਗਾ, ਭਾਵੇਂ ਗੰਦਾ ਕਰਨਾ ਹੋਵੇ ਭਾਵੇਂ ਚੰਗਾ ਕਰਨਾ ਹੋਵੇ, ਸਭ ਕੁਝ ਤੇਰੇ ਕਰਮਾਂ ਦੇ ਕਾਗਜ਼ ਦੇ ਉੱਤੇ ਲਿਖਿਆ ਜਾਂਦਾ। ਇਹ ਸ਼ਬਦ ਸੁਣਿਆ ਸੀ ਗੁਰੂ ਅਮਰਦਾਸ ਜੀ ਨੇ, ਅਰਥ ਸੁਣੇ ਸਨ ਉਹਨਾਂ ਨੇ, ਉਹਨਾਂ ਨੂੰ ਫਿਰ ਸਮਝ ਆਈ ਤੇ ਮੈਂ 22 ਵਾਰੀ ਗੰਗਾ ਦਾ ਇਸ਼ਨਾਨ ਕੀਤਾ, ਪਰ ਜੋ ਸ਼ਬਦ ਸੁਣ ਕੇ ਠੱਠ ਗਈ, ਜੋ ਸ਼ਬਦ ਦੀ ਵਿਚਾਰ ਸੁਣ ਕੇ ਸਮਝ ਆਈ ਤੇ ਜੀਵਨ ਬਦਲ ਗਿਆ। ਤੇ ਘਟਨਾ ਦਾ ਮੈਂ ਇੱਥੇ ਜ਼ਿਕਰ ਕਰਾਂ ਕਿ ਸੱਚੀ ਘਟਨਾ ਦੀ ਪੰਜਾਬ ਦੀ। ਇੱਕ ਬੱਚਾ ਵਿਦੇਸ਼ ਪੜ੍ਹਨ ਵਾਸਤੇ ਗਿਆ, ਗੁਰਸਿੱਖ ਪਰਿਵਾਰ ਦਾ, ਤੇ ਉਸਨੇ ਕੇਸ ਕਤਲ ਕਰਾਇਆ ਸੀ। ਪਿਤਾ ਨੇ ਕਿਹਾ ਪੁੱਤਰ ਤੂੰ ਕੈਨੇਡਾ ਦੀ ਧਰਤੀ ਤੇ ਜਾਣਾ ਹੈ। ਕਹਿੰਦੇ ਇੱਕ ਕੰਮ ਕਰੀ, ਗੁਟਕਾ ਸਾਹਿਬ ਦਿੱਤਾ ਜੀ 5 ਬਾਣੀਆਂ। ਬੇਟਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਮੈਂ ਤੈਨੂੰ ਗੁਟਕਾ ਸਾਹਿਬ ਦੇ ਰਿਹਾ, ਪਰ ਮੈਂ ਇੱਕ ਬੇਨਤੀ ਕਰਾਂ, ਇਸ ਗੁਟਕੇ ਨੂੰ ਤੂੰ ਖੋਲ ਕੇ ਨਹੀਂ ਦੇਖਣਾ। ਹੁਣ ਤੁਸੀਂ ਹੈਰਾਨ ਹੋਗੇ, ਇੱਕ ਗੁਰਸਿੱਖ ਪਿਓ ਆਪਣੇ ਬੱਚੇ ਨੂੰ ਗੁਟਕਾ ਦੇ ਕੇ ਤੋੜ ਰਿਹਾ ਹੈ ਤੇ ਸ਼ਬਦ ਬੋਲ ਰਿਹਾ ਹੈ ਕਿ ਇਹ ਬੇਟਾ ਗੁਟਕਾ ਖੋਲ ਕੇ ਨਹੀਂ ਦੇਖਣਾ। ਉਸ ਬੱਚੇ ਨੇ ਪੁੱਛਿਆ ਕਿ ਬੇਟਾ ਫਿਰ ਮੈਨੂੰ ਤੁਸੀਂ ਗੁਟਕਾ ਸਾਹਿਬ ਕਿਉਂ ਦੇ ਰਹੇ, ਜਦੋਂ ਮੈਂ ਇਸ ਨੂੰ ਖੋਲ ਕੇ ਨਹੀਂ ਵੇਖਣਾ ਤੇ ਫਿਰ ਮੈਨੂੰ ਕਿਉਂ ਦਿੱਤਾ ਜਾ ਰਿਹਾ? ਧਿਆਨ ਨਾਲ ਸੁਣੋ। ਉਹ ਪਿਤਾ ਕਹਿਣ ਲੱਗਾ ਬੇਟਾ ਮੈਂ ਬਚਪਨ ਤੋਂ ਤੇਰੇ ਅੱਗੇ ਤਰਲਾ ਲੈ ਰਿਹਾ ਹਾਂ ਕਿ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ, ਗੁਰੂ ਦੀ ਬਾਣੀ ਸੁਣ, ਗੁਰੂ ਨੂੰ ਮੱਥਾ ਟੇਕ, ਪਰ ਤੂੰ ਮੇਰੀ ਅੱਜ ਤੱਕ ਨਹੀਂ ਮੰਨੀ। ਤੇ ਮੈਂ ਜੇ ਅੱਜ ਵੀ ਤੇਰੇ ਅੱਗੇ ਤਰਲਾ ਲਾਵਾਂ, ਪੁੱਤ ਵੇ ਵਿਦੇਸ਼ ਦਾ ਜਾ ਰਿਹਾ ਪਰ ਗੁਰੂ ਦੀ ਬਾਣੀ ਦਾ ਲੜਨਾ ਛੱਡੀ, ਗੱਲ ਤੂੰ ਮੇਰੀ ਫੇਰ ਵੀ ਨਹੀਂ ਮੰਨੀ। ਦੇਖੋ ਕਿੰਨਾ ਸੋਹਣਾ ਤਰੀਕਾ ਸਮਝਾਉਂਦਾ, ਪੁੱਤਰ ਤੂੰ ਗੱਲ ਮੇਰੀ ਫੇਰ ਵੀ ਨਹੀਂ ਮੰਨੇਗਾ। ਕਹਿੰਦੇ ਨੇ ਉਸ ਬੱਚੇ ਨੇ ਗੁਟਕਾ ਸਾਹਿਬ ਲਿਆ ਤੇ ਉਹ ਬੱਚਾ ਲਿਖਦਾ, ਕਹਿੰਦੇ ਮੈਂ ਵਿਦੇਸ਼ ਚਲਾ ਗਿਆ, ਕਹਿੰਦੇ 2 ਸਾਲ ਤੱਕ ਮੈਂ ਉਹ ਗੁਟਕਾ ਸਾਹਿਬ ਅਲਮਾਰੀ ਵਿੱਚ ਰੱਖਿਆ, ਮੈਂ ਵਾਕਈ ਖੋਲ ਕੇ ਨਹੀਂ ਦੇਖਿਆ। ਕਹਿੰਦੇ ਜਦੋਂ ਮੇਰੇ ਜੀਵਨ ਵਿੱਚ ਦੂਜਾ ਸਾਲ ਕੱਢਿਆ, ਕਹਿੰਦੇ ਕਿੱਡੀ ਤਕੜੀ ਮੇਰੇ ਜੀਵਨ ਵਿੱਚ ਪਰੇਸ਼ਾਨੀ ਆ ਗਈ। ਉਹ ਕਹਿੰਦਾ ਕਿ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ, ਮੈਂ ਜਿਸ ਨੂੰ ਦੱਸ ਨਹੀਂ ਸਕਦਾ। ਕਹਿੰਦੇ ਮੈਨੂੰ ਸਾਰੀ ਰਾਤ ਹੋ ਗਈ, ਨਾ ਮੈਨੂੰ ਨੀਂਦਰ ਆਵੇ, ਸਾਰੀ ਰਾਤ ਰੋਂਦਿਆਂ ਹੋ ਗਈ। ਕਹਿੰਦੇ ਮੇਰੇ ਖਿਆਲ ਆਇਆ, ਕਹਿੰਦੇ ਪਿਓ ਨੇ ਮੈਨੂੰ ਗੁਟਕਾ ਸਾਹਿਬ ਦਿੱਤਾ ਸੀ ਤੇ ਉਹਨਾਂ ਨੇ ਇੱਕ ਸ਼ਬਦ ਬੋਲਿਆ ਸੀ, ਪੁੱਤ ਵੇ ਤੂੰ ਗੁਟਕਾ ਸਾਹਿਬ ਖੋਲ ਕੇ ਨਹੀਂ ਦੇਖਣਾ। ਕਹਿੰਦੇ ਅੱਜ ਮੈਂ ਗੁਟਕਾ ਸਾਹਿਬ ਖੋਲ ਕੇ ਵੇਖ ਲਵਾਂ ਕੋ ਜੀ ਸਤਨਾਮ ਗੁਰੂ ਮੇਰੇ ਸੰਗ
बस ये नुकते समझण वाले ने सदा है नाले पर कदों सिमर सिमर की सदा संभाले कहंदे मेरे अंदर ख्याल बन गया कहंदे प्यो ने गुटका दिता सी आज मैं खोल के तो देख रहा शायद मेरी जीवन दियां ये ਜਿਹੜੀਆਂ ਅੜਚਣਾਂ ਨੇ ਇਹ ਹੱਲ ਹੋ ਗਈਆਂ कहंदे मैं रोंदे रोंदे ने गुटका साहब चुकिया ते मैं मत्था टेकिया ते मैं बेनती कीती बाबा नानक मैनू पानी मिली जरूर सी पर मैं कदर नहीं की मैं तेरी सार नहीं जान सकिया कहंदे मैं रोंदे रोंदे ने गुटका साहब खोलिया क्योंकि बचपन में पंजाबी स्कूल च पढ़े हुए सन कहंदे ने गुरमुखो मैं केवल एक ओंकार सतनाम करता पुरख निर्भव निर्वैर अकाल मूरत अजूनी सैभावी गुरु प्रसाद जदों मैं शब्द बोलिया ना गुरु प्रसाद कहंदे बस मेरे मन के अंदर दूजा ख्याल बन गया जे गुरु प्रसाद मेरे गुरु नानक पातशाह बोलते ने पहला मैं मूल मंत्र के अर्थ समझांगा उस तो बाद ही चौथी साहब जी की बाणी पढ़ांगा देखो किस तरह ख्याल चेंज होए ने कहंदे ने मैं सर्च मारिया अपने लैपटॉप ते मैं मूल मंत्र का अर्थ कढिया कहंदे ने ओ रात ते आज मेरा स्वरूप मूल मंत्र दे केवल अर्थ ही समझ आए सन केवल अर्थ मूल मंत्र सामने कहंदे बस पढ़न ले लिया सिੱਖੀ ਜਿਹੜੀ ਹੈ ਸਭ ਤੋਂ ਅਮੋਲਕ ਬਾਤ ਹੈ ਆਖੋ ਜੀ ਸਤਨਾਮ सिक्खी सब तो अमूल्य बात है और उसने फिर अखबार के अंदर एक लेख लिखा और गुरमुखो विदेश में पढ़ने वाले गुरसिखां दे बच्चों गुरबाणी का पढ़ना छोड़े जीवन विच बड़ी तो बड़ी परेशानी आ जावे गुरु नु याद करियो गुरु नु उसी वेले हल हो जावे हम गुरु नानक जी की ऐसी थोड़ी शब्द पढ़ते नहीं एक ओंकार गुरु प्रसाद है कि गुरमुखो महाराज जी ने बोला कि एक शब्द बोलने ने सीखी सीखिया एक समूह शिक्षा दी गुरु विचार नदी कर्म लगाए पर जे तू पहुंचा समुद्र तो करना चाहता है गुरु के शब्द को तो जरूर विचारी कहंदे रे बस मैं मूल मंत्र दे अर्थ समझ ले कहंदे बस करन ले लिया मैं उस तो बाद के सानू कदे भी कैंची ने दवाई अमृत पान किया कहंदे रे सारी प्रॉब्लम भी हल हो गई बड़े पदर की नौकरी मिल गई जब वापस पंजाब की धरती ते मैं वापस पहुंचा पिता ने देखा मेरा खालसा स्वरूप सोना दुआला सजाया ते पियो ने पूछा पुत्र कीदा कमाल कहंदे ओ गुटका साहब कढिया सिर झुका के कहा पियो ए गुरु नानक दी बाणी दा कमाल बस गुरु दी बाणी को दिलों पढ़ने की सुनती लोड़े जीवन 2 मिनटां च चेंज कर दिंदी एक घटना होर कर चुका गुरु नानक देव जी आप जी भाई गुरदास जी दी वार पढ़दे ਉਹਦੇ ਅੰਦਰ ਇੱਕ ਸ਼ਬਦ ਵਰਤੇ ਕਿ ਤਾਰੂ ਪੋਪਟ ਆ ਗਿਆ ਤਾਰੂ ਪੋਪਟ ਆ ਗਿਆ ਗੁਰਮੁਖ ਬਾਲ ਭਾਏ ਉਦਾਸੀ ਉਹਨਾਂ ਇੱਕ ਤਾਰੂ ਤੇ ਭਾਈ ਤਾਰੂ ਜੀ ਉਹਨੇ ਜਿਨ੍ਹਾਂ ਨੇ ਖੋਪੜੀ ਲਵਾਈ ਇੱਕ ਤਾਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਜਿਹੜੇ ਹੋਏ ਨੇ ਇਹਨਾਂ ਦੀ ਉਮਰ ਤਕਰੀਬਨ 7-8 ਸਾਲ ਦੀ ਸੀ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਵਜੋਂ ਕਰਤਾਰਪੁਰ ਸਾਹਿਬ ਸਤਿਗੁਰੂ ਜੀ ਦੇ ਦੀਵਾਨ ਸਜਦੇ ਸਨ ਜੀਵਨ ਦੇ ਵੇਲੇ ਕਹਿੰਦੇ ਨੇ ਦੀਵਾਨ ਸਜਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਹਿੰਦੇ ਨੇ ਇਹ ਜਿਹੜਾ ਭਾਈ ਤਾਰੂ ਹੈ ਨਾ ਇਹ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣਨ ਵਾਸਤੇ ਜਾਂਦਾ मैं अर्ज कर रहा बे गुरबाणी पढ़ना सुनना असली साडा धर्म दे विच ही सानू समझ आ जाएगी करता विच ਅਸੀਂ ਕਿੰਨੇ ਕੁ ਬਾਣੀ ਤੇ ਕਿੰਨੀ ਗੁਰੂ ਦੀ ਸੰਗਤ ਕਰਦੇ ਸਾਡੇ ਕਰਮਾਂ ਵਿੱਚ ਪਤਾ ਲੱਗ ਜਾਵੇਗਾ ਕਹਿੰਦੇ ਨੇ ਦੀਵਾਨ ਸਜਿਆ ਤੇ ਭਾਈ ਤਾਰੂ ਨੇ ਨਾ ਗੁਰੂ ਨਾਨਕ ਨੂੰ ਜੀ ਮੱਥਾ ਟੇਕਿਆ ਅਸੀਂ ਕਿੰਨੀ ਵਾਰੀ ਅਰਦਾਸ ਕਰਦੇ ਫਿਰ ਮਹਾਰਾਜ ਜੀ ਦੀ ਪਰਿਕਰਮਾ ਕਰਦੇ ਪਰ ਭਾਈ ਤਾਰੂ ਜੀ ਇਹ ਕੰਮ ਨਹੀਂ ਕਰਦੇ ਸੀ ਉਹਨਾਂ ਨੇ ਮੱਥਾ ਟੇਕਣਾ ਤੇ ਇੱਕੋ ਸ਼ਬਦ ਬੋਲਣਾ ਜੀ ਗੁਰੂ ਨਾਨਕ ਦੇ ਚਰਨਾਂ 'ਚ ਬਸ ਇੱਕੋ ਸ਼ਬਦ ਮੈਨੂੰ ਆਪਣਾ ਨਾਮ ਦੇ ਉਹ ਬੱਚਾ ਜਿਹੜਾ 7 ਸਾਲ ਦਾ ਹੁੰਦਾ ਉਹਦਾ ਤਾਈਓ ਨਾਮ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਲਿਖ ਦਿੱਤਾ ਮੈਨੂੰ ਆਪਣਾ ਨਾਮ ਦੇ ਤੇ ਇਸ ਤਰ੍ਹਾਂ ਮੱਥਾ ਟੇਕਦੇ ਆ ਕਈ ਮਹੀਨੇ ਲੰਘ ਗਏ ਭਾਈ ਮਰਦਾਨਾ ਕੋਲ ਖੜਿਆ ਹੋਇਆ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਬਈ ਤੁਹਾਡੇ ਕੋਲ ਜੋ ਵੀ ਸਿੱਖ ਹੁੰਦਾ ਹੈ ਕੋਈ ਸਰੀਰ ਦੀ ਤੰਦਰੁਸਤੀ ਦੀ ਦਾਤ ਮੰਗਦਾ ਕੋਈ ਧੀ ਪੁੱਤਰਾਂ ਦੀ ਦਾਤ ਮੰਗਦਾ ਕੋਈ ਕਾਰੋਬਾਰ ਦੀ ਦਾਤ ਮੰਗਦਾ ਕੋਈ ਨੌਕਰੀ ਦਾਤ ਸਾਰੇ ਮੰਗਦੇ ਪਰ ਮਹਾਰਾਜ ਜੀ ਦੀ ਉਮਰ ਵੇਖੋ ਇਸ ਬੱਚੇ ਦੀ 5-6 ਸਾਲ ਦਾ ਇਹ ਬੱਚਾ
ਜਦੋਂ ਵੀ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਣ ਵਾਸਤੇ ਆਉਂਦਾ, ਸਿਰ ਝੁਕਾ ਕੇ ਤੇ ਅੱਖਾਂ ਨੀਵੀਆਂ ਕਿਉਂ ਕਰਨੀਆਂ? ਗੁਰੂ ਨਾਨਕ ਪਾਤਸ਼ਾਹ ਹੱਸਦੇ ਜੀ, ਮਹਾਰਾਜ ਜੀ ਕਹਿੰਦੇ ਕਿ ਮਰਦਾਨਿਆਂ ਪੁੱਛਣਾ ਚਾਹੁੰਦਾ, ਕਹਿੰਦੇ ਸੱਚੇ ਪਾਤਸ਼ਾਹ ਪਤਾ ਤਾਂ ਲੱਗੀ। ਕਹਿੰਦੇ ਫਿਰ ਭਾਈ ਇਹਨੂੰ ਕਾਕੇ ਨੂੰ ਬੁਲਾ ਕੇ ਲਿਆ। ਕਹਿੰਦੇ ਭਾਈ ਮਰਦਾਨਾ ਜੀ ਨੇ ਆਵਾਜ਼ ਦਿੱਤੀ, ਕਹਿੰਦੇ ਪੁੱਤ ਵੇ ਤੇਰਾ ਨਾਮ ਕੀ ਹੈ? ਪੁੱਤ ਵੇ ਤੇਰਾ ਨਾਮ ਕੀ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤਾਰੂ ਨੇ ਸਿਰ ਝੁਕਾ ਕੇ ਕਿਹਾ, ਮਹਾਰਾਜ ਜੀ ਮੇਰਾ ਨਾਮ ਤਾਰੂ ਹੈ। ਕਹਿੰਦੇ ਪੁੱਤ ਕਿੰਨੇ ਕਤਾਰੇ ਨੇ? ਪੁੱਤ ਕਿੰਨੇ ਕਤਾਰੇ ਨੇ? ਨਾਮ ਦੇ ਕਿੰਨੀ ਵਾਰੀ ਅਸੀਂ ਨਾਮ ਦੇ ਵੱਡਾ ਖਾ ਲੈਂਦੇ ਆ। ਅਜੀਤ ਸਿੰਘ ਸਾਡੇ ਗੁਰੂ ਪਾਤਸ਼ਾਹ ਜੀ ਸਾਹਿਬਜ਼ਾਦੇ ਦਾ ਨਾਮ, ਪਰ ਉਹਨਾਂ ਅਜੀਤ ਸਿੰਘ ਦੇ ਅੰਦਰ ਜਿਹੜੇ ਗੁਣ ਨੇ ਉਹ ਗੁਣ ਵੀ ਹੋਣੇ ਚਾਹੀਦੇ। ਨਾਮ ਦੇ ਅੰਦਰ ਹੀ ਗੁਣ ਨੇ। ਕਹਿੰਦੇ ਪੁੱਤ ਨੇ ਕਿੰਨੇ ਕਤਾਰੇ? ਕਹਿੰਦੇ ਡਿੱਗ ਕੇ ਘੁੱਟ ਕੇ ਚਰਨ ਵੇਲੇ ਮਹਾਰਾਜ ਨੇ ਆਪਣਾ ਆਪ ਹੀ ਤਰਿਆ ਕਿ ਨਹੀਂ ਕੀਤਾ ਰਗਾ ਕੋ ਜੀ ਸਤਨਾਮ। ਬਸ ਇਹ ਚੀਜ਼ ਸਮਝਣ ਹੋਵੇ ਕੋਈ ਸਿੱਖ। ਅਸੀਂ ਸਾਰੀ ਜ਼ਿੰਦਗੀ ਦੂਜਿਆਂ ਨੂੰ ਤਾਰਨ ਵਾਸਤੇ ਲੱਗੇ ਰਹਿੰਦੇ ਵੇ, ਫਲਾਣੇ ਨੇ ਇਹ ਕੰਮ ਕੀਤਾ ਇਹ ਨਹੀਂ ਕਰਨੇ ਸਨ, ਇਹ ਕੰਮ ਨਹੀਂ ਕੀਤਾ ਇਹ ਨਹੀਂ ਕਰਨੇ ਸਨ। ਪਰ ਜਿਸ ਦਿਨ ਅਸੀਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਨਾ ਵੀ ਇਹ ਕੰਮ ਨਹੀਂ ਕਰਨਾ ਸੀ ਤੂੰ ਇਹ ਕਰਨਾ ਸੀ। ਕਹਿੰਦੇ ਪੁੱਤਰੇ ਕਿੰਨੇ ਕਤਾਰੇ ਡਿੱਗ ਕੇ ਕਹਿਣ ਲੱਗੇ ਮਹਾਰਾਜ ਮੈਂ ਆਪਣੇ ਆਪ ਨੂੰ ਵੀ ਤਾਰ ਸਕਿਆ, ਕੀ ਤਾਰਾਂਗਾ? ਕਹਿੰਦੇ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ ਜੀ। ਮਹਾਰਾਜ ਜੀ ਨੇ ਪੋਪਟ ਨਾਮ ਰੱਖਿਆ ਜੀ, ਤਾਂ ਹੀ ਭਾਈ ਗੁਰਦਾਸ ਜੀ ਨੇ ਪੋਪਟ ਸ਼ਬਦ ਵਰਤੇ। ਤੇ ਮਹਾਰਾਜ ਨੇ ਕਹਿਣ ਲੱਗੇ ਠੀਕ ਹੈ ਵੀ ਅੱਜ ਤੋਂ ਬਾਅਦ ਤੇਰਾ ਨਾਮ ਤਾਰੂ ਦੇ ਨਾਲ ਅਸੀਂ ਪੋਪਟ ਰੱਖ ਦਿੰਦੇ ਹਾਂ। ਕੋਈ ਸਤਨਾਮ। ਇਹ ਗੁਰੂ ਨਾਨਕ ਦੀ ਰਹਿਮਤ ਹੈ। ਕਹਿੰਦੇ ਸਿਰ ਤੇ ਹੱਥ ਰੱਖਿਆ, ਕਹਿੰਦੇ ਪੁੱਤ ਨੇ ਤੇਰਾ ਨਾਮ ਹੈ ਤਾਰੂ ਪੋਪਟ। ਕਹਿੰਦੇ ਵੇਖ ਇੱਕ ਦਿਨ ਉਹ ਸਮਾਂ ਆਏਗਾ ਜੋ ਤੇਰੀ ਸੰਗਤ ਕਰੇਗਾ, ਤੇਰੇ ਦਰਸ਼ਨਾਂ ਵਿੱਚ ਲੋਕੀ ਕਰਨਗੇ। ਅੱਗੇ ਸਰਵ ਕਰੋ ਤੁਸੀਂ। ਕਹਿੰਦੇ ਅੱਖਾਂ ਵਿੱਚ ਨੀਰ ਤੇ ਭਾਈ ਭਗਤ ਕੇ ਬਾਰੇ ਕਿਸੇ ਨੂੰ ਪੁੱਛੋ ਤਾਂ ਸਹੀ ਇਹ ਮੰਗਦਾ ਕੀ ਹੈ? ਕਹਿੰਦੇ ਪੁੱਤਰ ਤੇਰੇ ਕੱਪੜੇ ਦੇ ਪਹਿਰਾਵੇ ਨਾਲ ਲੱਗਦਾ ਕਿ ਬਹੁਤ ਅੱਧਾ ਗਰੀਬ ਘਰ ਦਾ ਬੱਚਾ, ਕਿਉਂਕਿ ਕੱਪੜੇ ਪਾਟੇ ਸਨ। ਕਹਿੰਦੇ ਨੇ ਸਿਰ ਝੁਕਾ ਕੇ ਹਾਂ ਮਹਾਰਾਜ ਸੰਸਾਰਿਕ ਗਰੀਬੀ ਹੈ, ਸੰਸਾਰਿਕ ਗਰੀਬੀ ਹੈ। ਕਹਿੰਦੇ ਫਿਰ ਪੁੱਤ ਵੇ ਧਨ ਪਦਾਰਥ ਚਾਹੀਦਾ? ਪੁੱਤ ਵੇ ਜੇ ਤੈਨੂੰ ਕੁਝ ਚਾਹੀਦਾ ਤੇ ਦੱਸ, ਸੋਨੇ ਦੀਆਂ ਮੋਹਰਾਂ ਗੁਰੂ ਦੇ ਘਰ ਦੀ ਕੋਈ ਕੰਮ ਸਾਚੇ ਸਾਹਿਬਾ ਕਿਆ ਨਹੀਂ ਕਰਦੇ? ਘਰ ਦਾ ਤੇਰਾ ਸਭ ਕੁਝ ਹੈ, ਜਿਸ ਦੇ ਸੋ ਪਰ ਪੁੱਤ ਵੇ ਧਨ ਚਾਹੀਦਾ, ਦੌਲਤ ਚਾਹੀਦੀ, ਜੋ ਤੇਰਾ ਸੋਨਾ ਘਰ ਬਣਾ ਦਿੰਦੇ ਆ। ਕਹਿੰਦੇ ਮਹਾਰਾਜ ਇਹ ਚੀਜ਼ਾਂ ਨਹੀਂ ਹੈ। ਇਹ ਸ਼ਬਦ ਵਿੱਚ ਗੁਰਬਾਣੀ ਚ ਰਾਜ ਨਾ ਚਾਹੋ ਨਹੀਂ ਚਾਹੀਦਾ ਰਾਜਪਾਟ, ਮੁਕਤ ਨਾ ਚਾਹੋ ਨਹੀਂ ਚਾਹੀਦੇ ਮੁਕਤੀ, ਕਿਉਂ ਉਸ ਤੋਂ ਵੱਡੀ ਦਾਤ ਹੋਵੇ ਪ੍ਰੀਤ ਚਰਨ ਕਮਲਾਰੇ। ਧਿਆਨ ਰੱਖਣਾ ਮਨ ਦੀ ਪ੍ਰੀਤ, ਜਿਹੜੀ ਮਨ ਦੀ ਪ੍ਰੀਤ ਹੈ ਨਾ ਇਹ ਫੁੱਲੇ ਹੀ ਮਨ ਤੋਂ ਬਾਹਰ ਨਾਲ ਜਾਂਦੇ ਨੇ, ਫੁੱਲੇ ਜਿਹੜੇ ਸਾਡੇ ਦਿਮਾਗ ਵਿੱਚ ਨਿਕਲਦੇ ਨੇ। ਕਹਿੰਦੇ ਮਹਾਰਾਜ ਇਹ ਚੀਜ਼ਾਂ ਨਹੀਂ ਚਾਹੀਦੀਆਂ। ਕਹਿੰਦੇ ਪੁੱਤ ਨੇ ਚਾਹੀਦਾ ਕੀ ਹੈ? ਕਹਿੰਦੇ ਮਹਾਰਾਜ ਆਪਣਾ ਨਾਮ ਦੇ, ਤੇਰਾ ਨਾਮ ਦੇ। ਅੱਖਾਂ ਭਰ ਆਈਆਂ, ਗਲਾ ਭਰ ਆਇਆ। ਕਹਿੰਦੇ ਨੇ ਮਰਦਾਂ ਨੇ ਕਹਿੰਦੇ ਮਹਾਰਾਜ ਉਮਰ ਤਾਂ ਵੇਖੋ 6-7 ਸਾਲ ਦੀ ਉਮਰ। ਇਸ ਉਮਰ ਵਿੱਚ ਬੱਚਾ ਜਿਹੜਾ ਖੇਡਣ ਦਾ ਸਮਾਨ ਮੰਗਦਾ ਹੈ, ਇਹ ਤੁਹਾਡੇ ਕੋਲ ਨਾਮ ਮੰਗੀ ਜਾਂਦਾ ਹੈ। ਮਹਾਰਾਜ ਜੀ ਕਹਿਣਗੇ ਇਹ ਰਮਨ ਸਮਝਦੀ ਸੌਖੀ ਨਹੀਂ। ਕਹਿੰਦੇ ਪੁੱਤ ਵੇ ਇਹ ਜਿਹੀ ਕਿਹੜੀ ਘਟਨਾ ਵਾਪਰ ਗਈ ਜੇ ਤੂੰ ਗੁਰੂ ਕੋਲ ਨਾਮ ਮੰਗ ਲਾਵੇ? ਕਹਿੰਦੇ ਨੇ ਤਾਰੂ ਨੇ ਸਿਰ ਝੁਕਾਇਆ, ਕਹਿੰਦੇ ਸਤਿਗੁਰ ਮੇਰੇ ਜੀਵਨ ਵਿੱਚ ਘਟਨਾ ਵਾਪਰੀ ਜਿਹਦੇ ਕਰਕੇ ਮੇਰਾ ਸਾਰਾ ਜੀਵਨ ਬਦਲ ਗਿਆ। ਪੁੱਤ ਕਿਹੜੀ ਘਟਨਾ ਵਾਪਰੀ? ਉਹ ਸੰਗਤ ਇਸ ਤਰ੍ਹਾਂ ਸਜੀ ਹੋਈ ਹੈ। ਹੁਣ ਤਾਰੂ ਉਹ ਘਟਨਾ ਦਾ ਜ਼ਿਕਰ ਕਰਦਾ ਤੇ ਮੈਂ ਕਹਿੰਦੇ ਸਤਿਗੁਰ ਜੀ ਕਹਿੰਦੇ ਦੱਸ। ਕਹਿੰਦੇ ਸਤਿਗੁਰ ਜੀ 4 ਸਾਲ ਦੀ ਉਮਰ ਸੀ, ਪਿਤਾ ਚੜ੍ਹਾਈ ਕਰ ਗਿਆ। 4 ਸਾਲ ਦੀ ਉਮਰ ਸੀ, ਪਿਤਾ ਦਾ ਪਿਆਰ ਨਹੀਂ ਮਾਣਿਆ। ਸਤਿਗੁਰ ਜੀ ਘਰ ਵਿੱਚ ਅੰਦੀ ਗਰੀਬੀ, ਮੇਰੀ ਮਾਂ ਉਹਨਾਂ ਦੇ ਘਰਾਂ ਵਿੱਚ ਚੌਕਾ ਭਾਂਡੇ ਵੱਜਦੀ ਨੇ। ਕਹਿੰਦੇ ਨੇ ਉਮਰ ਮੇਰੀ 6-7 ਸਾਲ ਦੀ ਹੋ ਗਈ ਸਤਿਗੁਰ ਜੀ। ਕਹਿੰਦੇ ਨੇ ਇੱਕ ਦਿਨ ਮਾਂ ਦੀ ਤਬੀਅਤ ਖਰਾਬ ਹੋ ਗਈ ਤੇ ਮਾਂ ਨੇ ਮੈਨੂੰ ਕਿਹਾ ਪੁੱਤ ਵੇ, ਤੇ ਬੱਚੇ ਨੂੰ ਸਮਝਾਓ। ਕਹਿੰਦੇ ਪੁੱਤ ਵੇ, ਕਹਿੰਦੇ ਜਾ ਚੁੱਲ੍ਹੇ ਵਿੱਚ ਅੱਗ ਲਾ। ਅਕਸਰ ਪਿੰਡਾਂ ਦੇ ਵਿੱਚ ਮਿੱਟੀ ਦੇ ਚੁੱਲ੍ਹੇ ਹੁੰਦੇ। ਕਹਿੰਦੇ ਪੁੱਤ ਵੇ ਤਾਰੂ ਤੂੰ ਚੁੱਲ੍ਹੇ ਵਿੱਚ ਅੱਗ ਲਾ। ਤੇ ਕਹਿੰਦੇ ਨੇ ਮੇਰੀ ਮਾਂ ਦਾ ਹੁਕਮ ਤੇ ਸੁਣਿਆ ਤੇ ਮੈਂ ਕਦੇ ਅੱਗ ਬਾਲੀ ਨਹੀਂ ਸੀ।
ਉਮਰ ਛੋਟੀ ਸੀ। ਦੇਖੋ ਕਿੱਥੋਂ ਗਿਆਨ ਲਿਆ ਤਾਰੂ ਨੇ। ਕਹਿੰਦੇ ਸਤਿਗੁਰੂ ਜੀ ਘਰਾਂ ਵਿੱਚ ਨਾ ਮੋਟੀਆਂ ਲੱਕੜੀਆਂ ਪਈਆਂ ਹੋਈਆਂ ਸੀ। ਕਹਿੰਦੇ ਨੇ ਮੈਂ ਮੋਟੀਆਂ ਸਾਰੀਆਂ ਲੱਕੜੀਆਂ ਚੁੱਕ ਕੇ ਚੁੱਲ੍ਹੇ 'ਚ ਪਾ ਦਿੱਤੀ। ਕਹਿੰਦੇ ਨੇ ਮੈਂ ਅੱਗ ਵਾਲਾ, ਅੱਗ ਮਚੇ ਕੋਈ ਨਾ, ਅੱਗ ਵਾਲਾ, ਅੱਗ ਮਚੇ ਕੋਈ ਨਾ। ਕਹਿੰਦੇ 5-7 ਮਿੰਟ ਹੋ ਗਏ। ਮਾਂ ਨੇ ਪੁੱਛਿਆ ਤਾਰੂ ਅੱਗ ਨਹੀਂ ਮਚੀ? ਕਹਿੰਦੇ ਮਾਂ ਮਚਾਉਣ ਦੀ ਕੋਸ਼ਿਸ਼ ਬੜੀ ਕਰਦਾ ਪਰ ਅੱਗ ਮਚਦੀ ਕੋਈ ਨਹੀਂ। ਮਾਂ ਬੜੀ ਮਚਾਉਣ ਦੀ ਕੋਸ਼ਿਸ਼ ਕਰਦਾ, ਮਚਦੀ ਕੋਈ ਨਹੀਂ। ਕਹਿੰਦੇ ਨੇ ਮੇਰੀ ਮਾਂ ਮੰਜੇ ਤੋਂ ਉੱਠੀ ਤੇ ਉੱਠਦੇ ਸਾਰ ਮੇਰਾ ਕੰਨ ਫੜਿਆ, ਤਾਰੂ ਜਿਵੇਂ ਅੱਗ ਮਚਾਈ ਦੀ, ਜਿਵੇਂ ਤੂੰ ਮਚਾਉਣ ਦੀ ਕੋਸ਼ਿਸ਼ ਕਰਾ ਇਸ ਤਰ੍ਹਾਂ ਨਹੀਂ ਅੱਗ ਮਚਣੀ। ਕਹਿੰਦੇ ਮੈਂ ਪੁੱਛਿਆ ਫਿਰ ਮਾਂ ਤੂੰ ਦੱਸ ਦੇ ਅੱਗ ਕਿਵੇਂ ਮਚਾਈ ਦੀ? ਕਹਿੰਦੇ ਪੁੱਤ ਵੇ ਜੇ ਵੱਡੀਆਂ ਲੱਕੜਾਂ ਨੂੰ ਅੱਗ ਲਾਣੀ ਹੋਵੇ ਤੇ ਪਹਿਲੇ ਸ਼ਾਮ ਨੂੰ ਅੱਗ ਲਾਣੀ ਹੁੰਦੀ ਹੈ। ਪਰ ਧਿਆਨ ਨਾਲ ਸੁਣੋ ਇੱਕ ਪੰਕਤੀ। ਪੁੱਤ ਵੇ ਜੇ ਵੱਡੀਆਂ ਲੱਕੜਾਂ ਨੂੰ ਅੱਗ ਲਾਣੀ ਹੈ ਤੇ ਪਹਿਲੇ ਸ਼ਾਮ ਨੂੰ ਅੱਗ ਲਾਈ ਦੀ। ਕਹਿੰਦੇ ਮੇਰੇ ਸਾਹਮਣੇ ਮੇਰੀ ਮਾਂ ਨੇ ਉਸ ਮੋਟੀ ਲੱਕੜੀ ਦੇ ਉੱਤੇ ਜਿਹੜੀਆਂ ਛੋਟੀਆਂ ਛੋਟੀਆਂ ਸਭਾਵਾਂ ਸਨ ਉਹਨਾਂ ਨੂੰ ਤੋੜਿਆ ਤੇ ਚੁੱਲ੍ਹੇ 'ਚ ਪਾਈ ਤੇ ਅੱਗ ਮਚਾਈ। ਕਹਿੰਦੇ ਜਾ ਚੁੱਲ੍ਹੇ 'ਚ ਅੱਗ ਲਾ। ਅਕਸਰ ਨਾ ਪਿੰਡਾਂ ਦੇ ਵਿੱਚ ਮਿੱਟੀ ਦੇ ਚੁੱਲ੍ਹੇ ਹੁੰਦੇ। ਕਹਿੰਦੇ ਪੁੱਤ ਵੇ ਤਾਰੂ ਤੂੰ ਚੁੱਲ੍ਹੇ 'ਚ ਅੱਗ ਲਾ। ਤੇ ਕਹਿੰਦੇ ਨੇ ਮੇਰੀ ਮਾਂ ਦਾ ਹੁਕਮ ਤੇ ਸੁਣਿਆ ਤੇ ਮੈਂ ਕਦੇ ਅੱਗ ਬਾਲੀ ਨਹੀਂ ਸੀ। ਉਮਰ ਛੋਟੀ ਸੀ। ਦੇਖੋ ਕਿੱਥੋਂ ਗਿਆਨ ਲਿਆ ਤਾਰੂ ਨੇ। ਕਹਿੰਦੇ ਸਤਿਗੁਰੂ ਜੀ ਘਰਾਂ ਵਿੱਚ ਨਾ ਮੋਟੀਆਂ ਲੱਕੜੀਆਂ ਪਈਆਂ ਹੋਈਆਂ ਸੀ। ਕਹਿੰਦੇ ਨੇ ਮੈਂ ਮੋਟੀਆਂ ਸਾਰੀਆਂ ਲੱਕੜੀਆਂ ਚੁੱਕ ਕੇ ਚੁੱਲ੍ਹੇ 'ਚ ਪਾ ਦਿੱਤੀ। ਕਹਿੰਦੇ ਨੇ ਮੈਂ ਅੱਗ ਵਾਲਾ, ਅੱਗ ਮਚੇ ਕੋਈ ਨਾ, ਅੱਗ ਵਾਲਾ, ਅੱਗ ਮਚੇ ਕੋਈ ਨਾ। ਕਹਿੰਦੇ 5-7 ਮਿੰਟ ਹੋ ਗਏ। ਮਾਂ ਨੇ ਪੁੱਛਿਆ ਤਾਰੂ ਅੱਗ ਨਹੀਂ ਮਚੀ? ਕਹਿੰਦੇ ਮਾਂ ਮਚਾਉਣ ਦੀ ਕੋਸ਼ਿਸ਼ ਬੜੀ ਕਰਦਾ ਪਰ ਅੱਗ ਮਚਦੀ ਕੋਈ ਨਹੀਂ। ਮਾਂ ਬੜੀ ਮਚਾਉਣ ਦੀ ਕੋਸ਼ਿਸ਼ ਕਰਦਾ, ਮਚਦੀ ਕੋਈ ਨਹੀਂ। ਕਹਿੰਦੇ ਨੇ ਮੇਰੀ ਮਾਂ ਮੰਜੇ ਤੋਂ ਉੱਠੀ ਤੇ ਉੱਠਦੇ ਸਾਰ ਮੇਰਾ ਕੰਨ ਫੜਿਆ, ਤਾਰੂ ਜਿਵੇਂ ਅੱਗ ਮਚਾਈ ਦੀ, ਜਿਵੇਂ ਤੂੰ ਮਚਾਉਣ ਦੀ ਕੋਸ਼ਿਸ਼ ਕਰਾ ਇਸ ਤਰ੍ਹਾਂ ਨਹੀਂ ਅੱਗ ਮਚਣੀ। ਕਹਿੰਦੇ ਮੈਂ ਪੁੱਛਿਆ ਫਿਰ ਮਾਂ ਤੂੰ ਦੱਸ ਦੇ ਅੱਗ ਕਿਵੇਂ ਮਚਾਈ ਦੀ? ਕਹਿੰਦੇ ਪੁੱਤ ਵੇ ਜੇ ਵੱਡੀਆਂ ਲੱਕੜਾਂ ਨੂੰ ਅੱਗ ਲਾਣੀ ਹੋਵੇ ਤੇ ਪਹਿਲੇ ਸ਼ਾਮ ਨੂੰ ਅੱਗ ਲਾਣੀ ਹੁੰਦੀ ਹੈ। ਪਰ ਧਿਆਨ ਨਾਲ ਸੁਣੋ ਇੱਕ ਪੰਕਤੀ। ਪੁੱਤ ਵੇ ਜੇ ਵੱਡੀਆਂ ਲੱਕੜਾਂ ਨੂੰ ਅੱਗ ਲਾਣੀ ਹੈ ਤੇ ਪਹਿਲੇ ਸ਼ਾਮ ਨੂੰ ਅੱਗ ਲਾਈ ਦੀ। ਕਹਿੰਦੇ ਮੇਰੇ ਸਾਹਮਣੇ ਮੇਰੀ ਮਾਂ ਨੇ ਉਸ ਮੋਟੀ ਲੱਕੜੀ ਦੇ ਉੱਤੇ ਜਿਹੜੀਆਂ ਛੋਟੀਆਂ ਛੋਟੀਆਂ ਸਭਾਵਾਂ ਸਨ ਉਹਨਾਂ ਨੂੰ ਤੋੜਿਆ ਤੇ ਚੁੱਲ੍ਹੇ 'ਚ ਪਾਈ ਤੇ ਅੱਗ ਮਚਾਈ। ਬਸ ਮਨ ਵਿੱਚ ਸਮਝ ਪੈ ਗਈ ਤਾਰੂ ਇਹ ਜ਼ਰੂਰੀ ਨਹੀਂ ਕਿ ਵੱਡੇ ਹੋ ਕੇ ਪਕਾਣੀ ਹੈ। ਤੇ ਜਿਵੇਂ ਛੋਟੀਆਂ ਸਭਾਵਾਂ ਨੂੰ ਪਹਿਲੇ ਅੱਗ ਲੱਗਦੀ ਬਾਅਦ ਵੱਡਿਆਂ ਨੂੰ ਲੱਗਦੀ ਤੇ ਤਾਰੂ ਬਸ ਜੀਵਨ ਦੀ ਨਾ ਕਿਆ ਕੋਈ ਸਤਨਾਮ। ਬਸ ਸਮਝ ਆ ਗਈ ਇਹ ਜ਼ਰੂਰੀ ਨਹੀਂ ਬਹੁਤ ਵੱਡੇ ਹੋ ਗਏ। ਮੌਤ ਦਾ ਕੋਈ ਭਰੋਸਾ ਨਹੀਂ। ਕਾਲ ਵਿਆਜ ਜੋ ਪਰਿਓ ਬੋਲੇ ਮੁਖ ਪਸਾਰੇ ਨੀਂਦ ਆਜ ਕਾਲ ਹੋਏ ਕੋਈ ਗਸ ਹੈ। ਦੇਖੋ ਕਿਹੜਾ ਸ਼ਬਦ ਬਸ ਅੱਜ ਕੱਲ ਦੀ ਗੱਲ ਸੁਣਨਾ। ਇਹ ਜਿਹੜਾ ਵੇਲਾ ਮਿਲਿਆ ਇਸ ਕਰਕੇ ਮਿਲ ਵੇਲਾ ਹੈ ਇਹ। ਬਸ ਇੱਕ ਪੰਕਤੀ ਕਲਾ ਗੁਰਮੁਖੋ ਇੱਕ ਹੋਰ ਬੜੀ ਪਿਆਰੀ ਘਟਨਾ ਬਸ 1 ਮਿੰਟ ਬਾਅਦ ਮੈਂ ਸਮਾਪਤੀ ਕਰਾਂ।